ਸੈਸ਼ਨ 2020-21 ਵਿੱਚ BA ਭਾਗ ਪਹਿਲਾ ਦੇ ਵਿਦਿਆਰਥੀਓ, ਜਿੱਥੇ ਮੈਂ ਤੁਹਾਨੂੰ ਇਸ ਕਲਾਸ ਰਾਹੀਂ ਜੀ ਆਇਆਂ ਨੂੰ ਆਖਦਾ, ਉੱਥੇ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। BA ਭਾਗ ਪਹਿਲਾ ਵਿੱਚ ਜਿਨ੍ਹਾਂ ਵੀ ਵਿਦਿਆਰਥੀਆਂ ਨੇ ਸੰਗੀਤ ਗਾਇਨ ਨੂੰ ਚੋਣਵੇਂ ਵਿਸ਼ੇ ਵਜੋਂ ਲਿਆ ਹੈ, ਜ਼ਰੂਰੀ ਨਹੀਂ ਕਿ ਉਹਨਾਂ ਨੇ +2 ਲੈਵਲ 'ਤੇ ਵੀ ਸੰਗੀਤ ਗਾਇਨ ਵਿਸ਼ੇ ਨੂੰ ਪੜ੍ਹਿਆ ਹੋਵੇ। ਇਸ ਲਈ ਅਸੀਂ ਬਿਲਕੁਲ ਮੁੱਢਲੀ ਜਾਣਕਾਰੀ ਤੋਂ ਸ਼ੁਰੂ ਕਰਾਂਗੇ ਤਾਂ ਕਿ ਉਹ ਬੱਚੇ ਜਿਹੜਾ ਨੇ ਹੁਣ ਸੰਗੀਤ ਗਾਇਨ ਵਿਸ਼ੇ ਨੂੰ ਚੁਣਿਆ ਹੈ, ਉਹ ਵੀ ਸੰਗੀਤ ਨੂੰ ਪੂਰੀ ਤਰ੍ਹਾਂ ਸਮਝ ਸਕਣ। ਤਾਂ ਜੋ ਸਭ ਤੋਂ ਪਹਿਲਾ ਟੌਪਿਕ ਦੀ ਆਪਾਂ ਗੱਲ ਕਰਾਂਗੇ ਉਹ ਹੈ ਨਾਦ। ਸੰਗੀਤ ਗਾਇਨ, ਵਾਦਨ ਅਤੇ ਨ੍ਰਿਤ ਤਿੰਨਾਂ ਕਲਾਵਾਂ ਦਾ ਮੇਲ ਹੈ। ਸੰਗੀਤ ਦਾ ਜੋ ਆਧਾਰ ਹੈ ਉਹ ਨਾਦ ਹੈ। ਦੂਸਰੇ ਸ਼ਬਦਾਂ ਦੀ ਗੱਲ ਕਰੀਏ ਤਾਂ ਇਹ ਕਹਿ ਸਕਦੇ ਹਾਂ ਕਿ ਗਾਇਨ, ਵਾਦਨ ਅਤੇ ਨ੍ਰਿਤ ਇਹਨਾਂ ਤਿੰਨਾਂ ਕਲਾਵਾਂ ਦਾ ਆਧਾਰ ਜੋ ਹੈ ਉਹ ਨਾਦ ਹੀ ਹੈ। ਹੁਣ ਆਪਾਂ ਗੱਲ ਕਰਾਂਗੇ ਕਿ ਨਾਦ ਕੀ ਹੈ। ਸੰਗੀਤ ਦੀ ਦ੍ਰਿਸ਼ਟੀ ਤੋਂ ਦੇਖਿਆ ਜਾਵੇ ਤਾਂ ਦੋ ਪ੍ਰਕਾਰ ਦੀਆਂ ਆਵਾਜ਼ਾਂ ਦਾ ਵਰਣਨ ਨਿਮਨ ਅਨੁਸਾਰ ਕੀਤਾ ਜਾ ਸਕਦਾ ਹੈ। ਨੰਬਰ 1 ਸੰਗੀਤ ਉਪਯੋਗੀ ਆਵਾਜ਼ ਜਾਂ ਨਾਦ। ਦੂਸਰਾ ਸੰਗੀਤ ਅਨੁਪਯੋਗੀ ਆਵਾਜ਼ ਜਾਂ ਸ਼ੋਰਗੁਲ। ਜੇ ਗੱਲ ਕਰੀਏ ਆਪਾਂ ਨਾਦ ਜਾਂ ਆਵਾਜ਼ ਦੀ ਉਤਪੱਤੀ ਦੀ, ਤਾਂ ਕਿਸੇ ਵੀ ਆਵਾਜ਼ ਦੀ ਉਤਪੱਤੀ ਦਾ ਕਾਰਨ ਕੰਪਨ ਜਾਂ ਅੰਦੋਲਨ ਹੁੰਦਾ ਹੈ। ਕਿਸੇ ਇੱਕ ਚੀਜ਼ ਦੇ ਦੂਸਰੀ ਚੀਜ਼ ਨਾਲ ਟਕਰਾਉਣ ਨਾਲ ਜੋ ਕੰਪਨ ਪੈਦਾ ਹੁੰਦਾ ਹੈ, ਉਸ ਨਾਲ ਆਵਾਜ਼ ਦੀ ਉਤਪੱਤੀ ਹੁੰਦੀ ਹੈ। ਅਗਰ ਅਸੀਂ ਹਵਾ ਵਿੱਚ ਕੋਈ ਵੀ ਹਰਕਤ ਕਰੀਏ ਤਾਂ ਜ਼ਰੂਰ ਆਵਾਜ਼ ਪੈਦਾ ਹੁੰਦੀ ਹੈ। ਇਸੇ ਤਰ੍ਹਾਂ ਅਗਰ ਕਿਸੇ ਸਾਜ਼ ਦੇ ਤਾਰ ਨੂੰ ਛੇੜੀਏ ਤਾਂ ਉਸ ਤਾਰ ਵਿੱਚ ਇੱਕ ਪ੍ਰਕਾਰ ਦਾ ਕੰਪਨ ਪੈਦਾ ਹੁੰਦਾ ਹੈ ਅਤੇ ਤਾਰ ਹਿਲਦੀ ਹੈ, ਉਸ ਦੇ ਨਾਲ ਆਵਾਜ਼ ਪੈਦਾ ਹੁੰਦੀ ਹੈ। ਜਦੋਂ ਤੱਕ ਇਹ ਕੰਪਨ ਹੁੰਦਾ ਰਹਿੰਦਾ ਹੈ, ਆਵਾਜ਼ ਹੁੰਦੀ ਰਹਿੰਦੀ ਹੈ ਅਤੇ ਕੰਪਨ ਬੰਦ ਹੋਣ ਤੋਂ ਬਾਅਦ ਆਵਾਜ਼ ਵੀ ਬੰਦ ਹੋ ਜਾਂਦੀ ਹੈ। ਤਾਰ ਦੇ ਇਸ ਕੰਪਨ ਨੂੰ ਅੰਦੋਲਨ ਜਾਂ ਵਾਈਬ੍ਰੇਸ਼ਨ ਵੀ ਕਿਹਾ ਜਾਂਦਾ ਹੈ। ਆਵਾਜ਼ ਦੇ ਹਰ ਸੈਕਿੰਡ ਵਿੱਚ ਹੋਣ ਵਾਲੇ ਅੰਦੋਲਨਾਂ ਦੀ ਸੰਖਿਆ ਜੇਕਰ ਇੱਕੋ ਜਿਹੀ ਹੋਵੇ, ਬਰਾਬਰ ਹੋਵੇ, ਤਾਂ ਉਸ ਨੂੰ ਰੈਗੂਲਰ ਵਾਈਬ੍ਰੇਸ਼ਨ ਜਾਂ ਅੰਦੋਲਨ ਕਿਹਾ ਜਾਂਦਾ ਹੈ। ਜੇਕਰ ਹਰ ਇੱਕ ਸੈਕਿੰਡ ਵਿੱਚ ਸੰਖਿਆ ਘਟਦੀ ਵੱਧਦੀ ਹੈ ਤਾਂ ਉਹ ਅਨਿਯਮਿਤ ਇਰਰੈਗੂਲਰ ਅੰਦੋਲਨ ਕਹਾਉਂਦਾ ਹੈ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਕਈ ਵਾਰ ਅੰਦੋਲਨ ਕੁਝ ਦੇਰ ਤੱਕ ਹੁੰਦੇ ਰਹਿੰਦੇ ਹਨ ਤਾਂ ਉਹ ਸਥਿਰ ਜਾਂ ਨਿਯਤ ਕਾਲਿਕ ਅੰਦੋਲਨ ਹੁੰਦੇ ਹਨ। ਕੁਝ ਅੰਦੋਲਨ ਸ਼ੁਰੂ ਹੁੰਦੇ ਹੀ ਖਤਮ ਹੋ ਜਾਂਦੇ ਹਨ, ਉਹਨਾਂ ਨੂੰ ਅਸਥਿਰ ਜਾਂ ਨਾਨ ਪੀਰੀਓਡਿਕ ਅੰਦੋਲਨ ਕਿਹਾ ਜਾਂਦਾ ਹੈ। ਜੋ ਆਵਾਜ਼ ਨਿਯਮਤ ਅਤੇ ਸਥਿਰ ਅੰਦੋਲਨਾਂ ਤੋਂ ਪੈਦਾ ਹੁੰਦੀ ਹੈ ਉਹ ਬੜੀ ਮਧੁਰ ਹੁੰਦੀ ਹੈ, ਉਸ ਨੂੰ ਸੰਗੀਤ ਉਪਯੋਗੀ ਆਵਾਜ਼ ਜਾਂ ਨਾਦ ਕਿਹਾ ਜਾਂਦਾ ਹੈ। ਅੰਦੋਲਨਾਂ ਦੀ ਨਿਯਮਿਤ ਅਵਸਥਾ ਵਿੱਚ ਤਾਰ ਉੱਪਰ ਨੀਚੇ ਦੋਨਾਂ ਹਾਲਾਤਾਂ ਵਿੱਚ ਇੱਕੋ ਜਿਹੀ ਹਿਲਦੀ ਹੈ। ਇਸੇ ਤਰ੍ਹਾਂ ਅਨਿਯਮਿਤ ਅਤੇ ਅਸਥਿਰ ਅੰਦੋਲਨਾਂ ਤੋਂ ਪੈਦਾ ਹੋਈ ਆਵਾਜ਼ ਕਕਰਸ਼ ਅਤੇ ਬੇਸੁਰੀ ਹੁੰਦੀ ਹੈ। ਇਸ ਨੂੰ ਸੰਗੀਤ ਲਈ ਉਪਯੋਗੀ ਨਹੀਂ ਸਮਝਿਆ ਜਾਂਦਾ। ਜੇ ਨਾਦ ਦੇ ਭੇਦਾਂ ਦੀ ਗੱਲ ਕਰੀਏ ਤਾਂ ਨਾਦ ਦੋ ਤਰ੍ਹਾਂ ਦਾ ਹੁੰਦਾ ਹੈ। ਇੱਕ ਨਾਦ ਹੈ ਅਨਾਹਤ ਨਾਦ, ਦੂਸਰਾ ਹੈ ਆਹਤ ਨਾਦ। ਅਨਾਹਤ ਨਾਦ ਉਹ ਨਾਦ ਹੈ ਜੋ ਬਿਨਾਂ ਕਿਸੇ ਚੋਟ ਜਾਂ ਰਗੜ ਤੋਂ ਪੈਦਾ ਹੁੰਦਾ ਹੈ। ਵਿਆਕਰਨ ਦੀ ਦ੍ਰਿਸ਼ਟੀ ਤੋਂ ਦੇਖਿਆ ਜਾਵੇ ਤਾਂ ਅਨਾਹਤ ਤੋਂ ਭਾਵ ਹੈ ਅਨ ਅਤੇ ਆਹਤ। ਇਹ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਹੈ ਅਨਾਹਤ। ਇਸ ਵਿੱਚ ਅਨ ਦਾ ਅਰਥ ਹੈ ਨਾ ਅਤੇ ਆਹਤ ਦਾ ਅਰਥ ਹੈ ਟਕਰਾਉਣਾ। ਭਾਵ ਜੋ ਆਵਾਜ਼ ਕਿਸੇ ਚੀਜ਼ ਨਾਲ ਟਕਰਾਉਣ ਤੋਂ ਬਿਨਾਂ ਆਪਣੇ ਆਪ ਪੈਦਾ ਹੁੰਦੀ ਹੈ, ਉਸ ਨੂੰ ਅਨਾਹਤ ਨਾਦ ਕਿਹਾ ਜਾਂਦਾ ਹੈ। ਇਸ ਨਾਦ ਦਾ ਸੰਬੰਧ ਅਧਿਆਤਮ ਦੀ ਦੁਨੀਆ ਨਾਲ ਹੈ। ਇਹ ਬਹੁਤ ਸੂਖਮ ਨਾਦ ਹੈ, ਇਸ ਨੂੰ ਆਮ ਸਧਾਰਨ ਕੰਨ ਅਕਸਰ ਨਹੀਂ ਸੁਣ ਸਕਦੇ। ਦੂਸਰਾ ਜੋ ਨਾਦ ਹੈ ਉਹ ਹੈ ਆਹਤ ਨਾਦ। ਸੰਗੀਤ ਸ਼ਾਸਤਰ ਵਿੱਚ ਇਸ ਨਾਦ ਦਾ ਵਰਣਨ ਹੋਇਆ ਹੈ। ਆਹਤ ਨਾਦ ਉਹ ਨਾਦ ਹੈ ਜੋ ਕਿਸੇ ਵਸਤੂ ਦੇ ਚੋਟ ਲਗਾਉਣ ਨਾਲ, ਰਗੜ ਨਾਲ ਜਾਂ ਟਕਰਾਉਣ ਨਾਲ ਪੈਦਾ ਹੁੰਦਾ ਹੈ। ਆਹਤ ਦਾ ਸ਼ਾਬਦਿਕ ਅਰਥ ਹੀ ਹੈ ਟਕਰਾਉਣਾ, ਪਰ ਸਾਰੇ ਪਦਾਰਥਾਂ ਦੇ ਆਪਸੀ ਟਕਰਾਓ ਤੋਂ ਪੈਦਾ ਹੋਈ ਆਵਾਜ਼ ਨੂੰ ਵੀ ਸੰਗੀਤ ਉਪਯੋਗੀ ਆਵਾਜ਼ ਨਹੀਂ ਕਿਹਾ ਜਾ ਸਕਦਾ। ਉਦਾਹਰਨ ਦੇ ਤੌਰ 'ਤੇ ਕਿਸੇ ਵਸਤੂ ਦੇ ਡਿੱਗਣ ਦੀ ਆਵਾਜ਼, ਪੱਥਰ 'ਤੇ ਚੋਟ ਮਾਰਨ ਦੀ ਆਵਾਜ਼, ਬਰਤਨਾਂ ਦੇ ਆਪਸੀ ਖੜਕਣ ਦੀ ਆਵਾਜ਼ ਅਨਿਯਮਿਤ ਅਤੇ ਅਸਥਿਰ ਅੰਦੋਲਨ ਪੈਦਾ ਕਰਦੀਆਂ ਹਨ ਅਤੇ ਇਹਦੇ ਨਾਲ ਜੋ ਆਵਾਜ਼ ਪੈਦਾ ਹੁੰਦੀ ਹੈ ਉਹ ਬੇਸੁਰੀ ਅਤੇ ਕਕਰਸ਼ ਹੁੰਦੀ ਹੈ। ਇਸ ਲਈ ਇਸ ਤਰ੍ਹਾਂ ਦੀ ਆਵਾਜ਼ ਸੰਗੀਤ ਉਪਯੋਗੀ ਨਹੀਂ ਹੋ ਸਕਦੀ। ਸੰਗੀਤ ਉਪਯੋਗੀ ਨਾਦ ਦਾ ਸੰਬੰਧ ਤਾਂ ਕੇਵਲ ਮਧੁਰ ਅਤੇ ਸੁਰੀਲੀਆਂ ਧੁਨੀਆਂ ਨਾਲ ਹੈ ਜੋ ਨਿਯਮਿਤ ਅਤੇ ਸਥਿਰ ਅੰਦੋਲਨਾਂ ਦੁਆਰਾ ਪੈਦਾ ਹੁੰਦੀਆਂ ਹਨ, ਜਿਵੇਂ ਕਿ ਪਹਿਲਾਂ ਵੀ ਦੱਸਿਆ ਜਾ ਚੁੱਕਿਆ ਹੈ। ਹੁਣ ਆਪਾਂ ਜੇ ਗੱਲ ਕਰੀਏ ਨਾਦ ਦੇ ਗੁਣ ਅਤੇ ਜਾਂ ਲੱਛਣਾਂ ਦੀ, ਤਾਂ ਨਾਦ ਦੇ 3 ਮੁੱਖ ਗੁਣ ਦੱਸੇ ਗਏ ਹਨ। ਇਹਨਾਂ ਗੁਣਾਂ ਦੇ ਆਧਾਰ 'ਤੇ ਹੀ ਸਵਰ ਦੀ ਸਹੀ ਪਹਿਚਾਣ ਕੀਤੀ ਜਾ ਸਕਦੀ ਹੈ।
ਇਹਨਾਂ ਨੂੰ ਨਾਦ ਦੇ ਲੱਛਣ ਵੀ ਕਿਹਾ ਜਾਂਦਾ ਹੈ। ਇਹ 3 ਗੁਣ ਨਿਮਨ ਅਨੁਸਾਰ ਹਨ। ਨਾਦ ਦਾ ਛੋਟਾ ਵੱਡਾਪਣ ਭਾਵ ਇੰਟੈਂਸਿਟੀ, ਨਾਦ ਦੀ ਜਾਤੀ ਭਾਵ ਟਿੰਬਰ, ਤੀਸਰਾ ਨਾਦ ਦਾ ਉੱਚਾ ਨੀਵਾਂਪਣ ਭਾਵ ਪਿੱਚ। ਮੈਂ ਬਰੀਫ 'ਚ ਗੱਲ ਕਰਾਂਗਾ। ਜੋ ਆਵਾਜ਼ ਹੌਲੀ ਸੁਣਾਈ ਦਿੰਦੀ ਹੈ ਉਸ ਨੂੰ ਨਾਦ ਦਾ ਛੋਟਾਪਣ ਕਿਹਾ ਜਾਂਦਾ ਹੈ। ਜੋ ਆਵਾਜ਼ ਜ਼ੋਰ ਨਾਲ ਸੁਣਾਈ ਦਿੰਦੀ ਹੈ ਉਸ ਨੂੰ ਨਾਦ ਦਾ ਵੱਡਾਪਣ ਕਿਹਾ ਜਾਂਦਾ ਹੈ। ਜਿੱਥੋਂ ਤੱਕ ਨਾਦ ਦੀ ਜਾਤੀ ਜਾਂ ਗੁਣ ਤੋਂ ਭਾਵ ਹੈ, ਨਾਦ ਦੀ ਜਾਤੀ ਗੁਣ ਦੁਆਰਾ ਪਤਾ ਚੱਲਦਾ ਹੈ ਕਿ ਜੋ ਆਵਾਜ਼ ਪੈਦਾ ਹੋ ਰਹੀ ਹੈ ਉਹ ਕਿਸੇ ਮਨੁੱਖ ਦੀ ਹੈ, ਪਸ਼ੂ ਦੀ ਹੈ, ਪੰਛੀ ਦੀ ਹੈ ਜਾਂ ਕਿਸੇ ਸਾਜ਼ ਦੀ ਹੈ। ਨਾਦ ਦਾ ਇਹ ਗੁਣ ਆਵਾਜ਼ ਨੂੰ ਠੀਕ ਤਰ੍ਹਾਂ ਪਹਿਚਾਨਣ ਵਿੱਚ ਸਾਡੀ ਮਦਦ ਕਰਦਾ ਹੈ। ਤੀਸਰਾ ਹੈ ਨਾਦ ਦਾ ਉੱਚਾ ਨੀਵਾਂਪਣ ਜਾਂ ਤਾਰਤਾ ਜਾਂ ਪਿੱਚ। ਨਾਦ ਦੇ ਇਸ ਗੁਣ ਦੁਆਰਾ ਪਤਾ ਚੱਲਦਾ ਹੈ ਕਿ ਜੋ ਆਵਾਜ਼ ਅਸੀਂ ਸੁਣ ਰਹੇ ਹਾਂ ਉੱਚੀ ਹੈ ਜਾਂ ਨਹੀਂ। ਜਿਵੇਂ ਕਿ ਪਤਾ ਹੈ ਕਿ ਰੇ ਦੀ ਆਵਾਜ਼ ਸਾ ਤੋਂ ਉੱਚੀ ਹੁੰਦੀ ਹੈ, ਗਾ ਦੀ ਆਵਾਜ਼, ਗਾ ਸੁਰ ਦੀ ਆਵਾਜ਼ ਰੇ ਤੋਂ ਉੱਚੀ ਹੁੰਦੀ ਹੈ। ਆਵਾਜ਼ ਦਾ ਉੱਚਾ ਨੀਵਾਂਪਣ ਜੋ ਹੈ ਆਵਾਜ਼ ਤੇ ਹਰ ਸੈਕਿੰਡ ਵਿੱਚ ਹੋਣ ਵਾਲੇ ਅੰਦੋਲਨ ਦੀ ਸੰਖਿਆ ਤੇ ਨਿਰਭਰ ਕਰਦਾ ਹੈ। ਇੱਥੇ ਗੱਲ ਯਾਦ ਰੱਖਣੀ ਬਹੁਤ ਜ਼ਰੂਰੀ ਹੈ ਕਿ ਨਾਦ ਦੇ ਛੋਟੇ ਵੱਡੇਪਣ ਦਾ ਸੰਬੰਧ ਨਾਦ ਦੀ ਅੰਦੋਲਨ ਸੰਖਿਆ ਨਾਲ ਨਹੀਂ ਹੁੰਦਾ, ਪਰੰਤੂ ਨਾਦ ਦੇ ਉੱਚੇ ਨੀਵੇਂਪਣ ਦਾ ਸਿੱਧਾ ਸੰਬੰਧ ਨਾਦ ਦੀ ਅੰਦੋਲਨ ਸੰਖਿਆ ਨਾਲ ਹੁੰਦਾ ਹੈ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।